ਹੈਲੋ ਗਾਈਜ਼, ਕਿਵੇਂ ਹੋ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਆਪਣੀ ਕਲਾਸ ਲੈ ਕੇ ਆਏ ਹਾਂ, ਇਨਕਮ ਟੈਕਸ ਦੀ ਕਲਾਸ ਲੈ ਕੇ ਆਏ ਹਾਂ। ਇਨਕਮ ਟੈਕਸ ਦੇ ਵਿੱਚੋਂ ਵੀ ਕਾਫੀ ਕੁਐਸਚਨਸ ਪੁੱਛੇ ਜਾਂਦੇ ਨੇ। ਲਾਸਟ ਪ੍ਰੀਵੀਅਸ ਈਅਰ ਦੇ ਵਿੱਚ ਜਿਹੜੇ ਰੈਵਨਿਊ ਅਕਾਊਂਟੈਂਟ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਇਨਕਮ ਟੈਕਸ ਰਿਗਾਰਡਿੰਗ ਕੁਐਸਚਨਸ ਆਏ ਸੀ। ਠੀਕ ਹੈ ਜੀ। ਇਨਕਮ ਟੈਕਸ ਹੁਣ ਤੁਸੀਂ ਕੀ ਕਰਦੇ ਹੋ ਕਿ ਬਹੁਤ ਮੋਟੀ ਬੁੱਕ ਹੈ, ਇੰਨੀ ਬੁੱਕ ਇੱਕ ਵਾਰ 'ਚ ਨਹੀਂ ਹੋਣੀ, ਤਾਂ ਆਪਾਂ ਉਹਦੇ ਵਿੱਚੋਂ ਜਿਹੜੇ ਇੰਪੋਰਟੈਂਟ ਟੌਪਿਕਸ ਨੇ, ਡਿਡਕਸ਼ਨਸ ਨੇ ਜਾਂ ਸੈਕਸ਼ਨਸ ਨੇ, ਉਹ ਅੱਜ ਆਪਾਂ ਕਰਦੇ ਹਾਂ। ਠੀਕ ਹੈ ਜੀ। ਵਿਦਾਊਟ ਵੇਸਟੇਜ ਆਫ ਟਾਈਮ ਤੁਹਾਨੂੰ ਮੈਂ ਇਨਕਮ ਟੈਕਸ ਸ਼ੁਰੂ ਕਰਵਾਉਂਦੀ ਹਾਂ। ਵਟ ਇਜ਼ ਇਨਕਮ ਟੈਕਸ? ਫਸਟਲੀ ਤਾਂ ਬੱਚੇ ਤੁਹਾਨੂੰ ਇਹ ਕਲੀਅਰ ਹੋਣਾ ਚਾਹੀਦਾ ਵੀ ਜਿਹੜਾ ਇਨਕਮ ਟੈਕਸ ਆ ਉਹ ਇੱਕ ਡਾਇਰੈਕਟ ਟੈਕਸ ਹੈ। ਠੀਕ ਹੈ ਜੀ। ਇਹਨੂੰ ਕੰਟਰੋਲ ਕੌਣ ਕਰਦੀ ਹੈ? CBDT। CBDT means Central Board of Direct Taxes। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ। ਕਲੀਅਰ ਹੈ ਜੀ। ਜਿਹੜਾ ਇਨਕਮ ਟੈਕਸ ਆ ਉਹ ਇੱਕ ਡਾਇਰੈਕਟ ਟੈਕਸ ਹੈ, ਉਹਨੂੰ ਕੰਟਰੋਲ ਕੌਣ ਕਰਦੀ ਹੈ? CBDT। CBDT ਮੀਨਸ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ। ਕਲੀਅਰ ਹੈ ਨਾ? ਹਾਂਜੀ। ਹੁਣ ਆਪਾਂ ਪੜ੍ਹਦੇ ਹਾਂ ਵੀ ਜਿਹੜਾ ਇਨਕਮ ਟੈਕਸ ਹੈ, ਇਨਕਮ ਟੈਕਸ ਦੇ ਵਿੱਚ ਆਪਾਂ ਨੇ ਕੀ ਕੁਛ ਪੜ੍ਹਨਾ ਬੱਚੇ। ਸਭ ਤੋਂ ਪਹਿਲਾਂ ਤਾਂ ਜਿਹੜਾ ਇਨਕਮ ਟੈਕਸ ਐਕਟ ਹੈ ਉਹ 1961 ਹੈ। ਠੀਕ ਹੈ। ਇਨਕਮ ਟੈਕਸ ਐਕਟ ਕਿੰਨਾ ਹੈ ਜੀ? 1961। ਇੰਨਾ ਕਲੀਅਰ ਹੋਇਆ। ਫਿਰ ਆਪਾਂ ਜਿਹੜੀ ਇਹਦੇ ਵਿੱਚੋਂ ਪਹਿਲਾਂ ਇੰਪੋਰਟੈਂਟ ਚੀਜ਼ਾਂ ਨੇ ਉਹ ਪੜ੍ਹਦੇ ਹਾਂ। ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਕੋਈ ਵੀ ਪਰਸਨ ਹੈ, ਫਸਟਲੀ ਆਪਾਂ ਇਹਦੇ ਵਿੱਚ ਕੀ ਪੜ੍ਹ ਰਹੇ ਹਾਂ? ਪਰਸਨ। ਪਰਸਨ ਕੀ ਹੁੰਦਾ ਹੈ? ਪਰਸਨ ਇਹ ਇਨਕਮ ਟੈਕਸ ਸਭ ਨੂੰ ਮੰਨ ਕੇ ਚੱਲਦਾ ਹੈ। ਕੌਣ ਕੌਣ ਹੁੰਦਾ ਜੀ ਪਰਸਨ? ਕੋਈ ਵੀ ਇੰਡੀਵਿਜੂਅਲ ਬੰਦਾ, ਮਤਲਬ ਇਕੱਲਾ ਬੰਦਾ। ਕੋਈ ਵੀ ਅਗਰ ਤੁਸੀਂ HUF ਮਤਲਬ ਕੋਈ ਹਿੰਦੂ ਅਨਡਿਵਾਈਡਡ ਫੈਮਿਲੀ, ਮਤਲਬ ਕੋਈ ਜੁਆਇੰਟ ਬਿਜ਼ਨਸ ਕਰ ਰਹੇ ਹੋ, ਉਹਨੂੰ ਵੀ ਪਰਸਨ ਮੰਨ ਕੇ ਚੱਲਦਾ ਹੈ। ਕੋਈ ਫਰਮ ਮੀਨਸ ਪਾਰਟਨਰਸ਼ਿਪ ਕਰ ਰਹੇ ਹੋ, ਉਹਨੂੰ ਵੀ ਪਰਸਨ ਮੰਨ ਕੇ ਚੱਲਦਾ ਹੈ। ਕੋਈ ਕੰਪਨੀ, ਉਹਨੂੰ ਵੀ ਇਹ ਪਰਸਨ ਮੰਨ ਕੇ ਚੱਲਦਾ ਜੀ। ਹੋਰ ਹੁੰਦੇ ਨੇ AOP ਤੇ BOI, ਐਸੋਸੀਏਸ਼ਨ ਆਫ ਪਰਸਨਸ ਤੇ ਬੋਡੀ ਆਫ ਇੰਡੀਵਿਜੂਅਲਸ, ਇਹਨਾਂ ਨੂੰ ਵੀ ਪਰਸਨ ਮੰਨ ਕੇ ਚੱਲਦਾ ਹੈ। ਤੇ ਹੋਰ ਆ ਜਾਣਗੇ ਬੱਚੇ ਅਦਰ ਆਰਟੀਫਿਸ਼ੀਅਲ ਪਰਸਨ। ਮਤਲਬ ਇਹ ਸਾਰੇ ਕੌਣ ਹੁੰਦੇ ਨੇ? ਪਰਸਨਸ ਹੁੰਦੇ ਨੇ। ਠੀਕ ਹੈ ਜੀ। ਪਰਸਨ ਨੂੰ ਕਿਹੜੇ ਸੈਕਸ਼ਨ ਦੇ ਅੰਡਰ ਐਕਸਪਲੇਨ ਕੀਤਾ ਜਾਂਦਾ ਹੈ? ਪਤਾ ਕਿਸੇ ਨੂੰ? ਕੋਈ ਆਨਸਰ ਦੇ ਸਕਦਾ ਹੈ? 231। ਜਿਹੜਾ ਪਰਸਨ ਹੈ, ਪਰਸਨ ਕਿਹੜੇ ਸੈਕਸ਼ਨ ਦੇ ਅੰਡਰ ਹੁੰਦਾ ਜੀ? 231। ਪਰਸਨ ਦੇ ਵਿੱਚ ਕੌਣ ਕੌਣ ਆਉਂਦੇ ਨੇ? ਆ ਸਾਰੀਆਂ ਕੈਟੇਗਰੀਜ਼ ਨੇ। ਕਲੀਅਰ ਹੈ? ਹੁਣ ਇੱਕ ਜਿਹੜਾ ਪਰਸਨ ਹੈ, ਪਰਸਨ ਨੂੰ ਮੇਨਲੀ 5 ਸੋਰਸਿਸ ਤੋਂ ਇਨਕਮ ਹੁੰਦੀ ਹੈ। ਕੋਈ ਵੀ ਪਰਸਨ ਹੈ, ਉਹਨੂੰ ਮੇਨਲੀ 5 ਸੋਰਸਿਸ ਤੋਂ ਇਨਕਮ ਹੁੰਦੀ ਹੈ। ਤਾਂ ਉਹ 5 ਸੋਰਸਿਸ ਕਿਹੜੇ ਕਿਹੜੇ ਨੇ? ਇਨਕਮ ਆਫ ਅ ਪਰਸਨ। ਕੋਈ ਵੀ ਪਰਸਨ ਹੈ, ਉਹਨੂੰ ਮੇਨਲੀ 5 ਸੋਰਸਿਸ ਤੋਂ ਇਨਕਮ ਹੁੰਦੀ ਹੈ। ਫਸਟਲੀ ਤੁਸੀਂ ਇਹ ਯਾਦ ਰੱਖਣਾ ਹੈ। ਸਭ ਨੂੰ ਕਲੀਅਰਲੀ ਵਿਜ਼ੀਬਲ ਹੋ ਰਿਹਾ? ਪਲੀਜ਼ ਜੋ ਵੀ ਤੁਹਾਡੀ ਵੀਡੀਓ ਹੁੰਦੀ ਹੈ ਉਹਦੇ ਵਿੱਚ ਨਾਲ ਨਾਲ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਕਿ ਜੋ ਵੀ ਤੁਹਾਨੂੰ ਵੀਡੀਓ ਆ ਰਹੀ ਹੈ ਉਹਦੀ ਆਡੀਓ ਔਰ ਵੀਡੀਓ ਕਲੀਅਰ ਹੈ ਜਾਂ ਨਹੀਂ। ਠੀਕ ਹੈ ਜੀ। ਕੋਈ ਵੀ ਪਰਸਨ ਹੈ, ਉਹਨੂੰ ਮੇਨਲੀ 5 ਸੋਰਸਿਸ ਤੋਂ ਇਨਕਮ ਹੁੰਦੀ ਹੈ। ਫਸਟ ਵਨ ਹੁੰਦੀ ਹੈ ਜੀ, ਫਸਟ ਵਨ ਹੁੰਦੀ ਹੈ ਇਨਕਮ ਫਰੋਮ ਸੈਲਰੀ। ਇਨਕਮ ਫਰੋਮ ਸੈਲਰੀ ਮੀਨਸ ਵੀ ਤੁਹਾਨੂੰ ਕੋਈ ਵੀ ਸੈਲਰੀ ਮਿਲੂਗੀ। ਸੈਲਰੀ ਮੀਨਸ ਤੁਸੀਂ ਚਾਹੇ ਇੱਕ ਲੇਬਰ ਦੀ ਤਰ੍ਹਾਂ ਕੰਮ ਕਰ ਰਹੇ ਹੋ, ਚਾਹੇ ਇੱਕ ਮੈਨੇਜਰ ਦੀ ਤਰ੍ਹਾਂ ਕੰਮ ਕਰ ਰਹੇ ਹੋ, ਚਾਹੇ ਤੁਸੀਂ ਇੱਕ ਬਹੁਤ ਟੌਪ ਲੈਵਲ ਦੀ ਪੋਜੀਸ਼ਨ ਤੇ ਕੰਮ ਕਰ ਰਹੇ ਹੋ, ਇੱਕ ਤਾਂ ਸੈਲਰੀ ਹੋ ਜੂਗੀ। ਸੈਕਿੰਡ ਵਨ ਹੁੰਦਾ ਜੀ ਇਨਕਮ ਫਰੋਮ ਹਾਊਸ ਪ੍ਰੋਪਰਟੀ। ਸੈਕਿੰਡ ਕੀ ਇਨਕਮ ਹੁੰਦੀ ਹੈ ਕੋਈ ਵੀ ਪਰਸਨ ਨੂੰ? ਹਾਊਸ ਪ੍ਰੋਪਰਟੀ। ਹਾਊਸ ਪ੍ਰੋਪਰਟੀ ਦਾ ਮਤਲਬ ਹੁੰਦਾ ਜੀ ਕਿ ਤੁਹਾਡੇ ਕੋਲ ਕੋਈ ਘਰ ਪਿਆ, ਤੁਹਾਡੇ ਕੋਲ 2 ਤੋਂ ਜ਼ਿਆਦਾ ਘਰ ਨੇ, 3 ਘਰ ਨੇ, 4 ਘਰ ਨੇ। 2 ਘਰ ਤੁਸੀਂ ਆਪਣੇ ਰਹਿਣ ਲਈ ਰੱਖ ਲਓਗੇ, ਬਾਕੀ ਜਿਹੜੇ 1-2 ਘਰ ਨੇ ਉਹਨੂੰ ਤੁਸੀਂ ਕਿਰਾਏ ਤੇ ਦੇ ਦੋਗੇ। ਤਾਂ ਉਹ ਤੋਂ ਕਿਰਾਏ ਤੋਂ ਜੋ ਤੁਹਾਨੂੰ ਇਨਕਮ ਆਉਂਦੀ ਹੈ ਉਹਨੂੰ ਬੋਲਿਆ ਜਾਂਦਾ ਹਾਊਸ ਪ੍ਰੋਪਰਟੀ। ਕਲੀਅਰ ਹੈ ਜੀ। ਥਰਡ ਵਨ ਹੁੰਦਾ ਜੀ ਬਿਜ਼ਨਸ ਔਰ ਪ੍ਰੋਫੈਸ਼ਨ। ਬਿਜ਼ਨਸ ਦਾ ਮਤਲਬ ਹੁੰਦਾ ਜੀ ਆਪਾਂ ਨੇ ਕੋਈ ਬਿਜ਼ਨਸ ਕਰ ਲਿਆ, ਚਾਹੇ ਕੋਈ ਦੁਕਾਨਦਾਰੀ ਕਰ ਲਈ, ਚਾਹੇ ਕੋਈ ਕੰਪਨੀ ਫੈਕਟਰੀ ਖੋਲ ਲਈ, ਬਿਜ਼ਨਸ ਕਰ ਲਿਆ। ਪ੍ਰੋਫੈਸ਼ਨ ਮੀਨਸ ਜਿਵੇਂ ਸਾਡਾ ਟੀਚਰ ਦਾ ਪ੍ਰੋਫੈਸ਼ਨ ਹੈ। ਤਾਂ ਇਹ ਸਾਰੀ ਕੀ ਹੈ? ਇਨਕਮ ਦਾ ਪਾਰਟ ਨੇ। ਫੋਰਥ ਵਨ ਹੈਗਾ ਬੱਚੇ, ਫੋਰਥ ਵਨ ਕੀ ਹੁੰਦਾ ਜੀ? ਕੈਪੀਟਲ ਗੇਨ। ਕੈਪੀਟਲ ਗੇਨ ਮੀਨਸ ਟੂ ਸੇ ਕਿ ਆਪਣੇ ਕੋਲ ਕੋਈ ਬਿਲਡਿੰਗ ਪਈ ਹੈ, ਕੋਈ ਪਲੋਟ ਪਿਆ, ਕੋਈ ਸ਼ੌਪ ਪਈ ਹੈ, ਕੋਈ ਜਵੈਲਰੀ ਪਈ ਹੈ, ਕੋਈ ਸ਼ੇਅਰਸ ਪਏ ਨੇ, ਕੋਈ ਬੌਂਡਸ ਪਏ ਨੇ, ਉਹਨਾਂ ਨੂੰ ਵੇਚ ਕੇ ਜੋ ਅਸੀਂ ਪੈਸਾ ਕਮਾਉਂਦੇ ਹਾਂ। ਠੀਕ ਹੈ ਜੀ। ਮਤਲਬ ਲੌਂਗ ਟਰਮ ਦੇ ਐਸੈਟਸ ਨੂੰ ਵੇਚ ਕੇ ਜੋ ਅਸੀਂ ਪੈਸਾ ਕਮਾਉਂਦੇ ਹਾਂ ਉਹਨੂੰ ਕੀ ਬੋਲਿਆ ਜਾਂਦਾ? ਕੈਪੀਟਲ ਗੇਨ। ਕਲੀਅਰ? ਲਾਸਟ ਵਨ ਹੁੰਦਾ ਜੀ ਅਦਰ ਸੋਰਸਿਸ।
ਲਾਸਟ ਵਨ ਕੀ ਹੁੰਦਾ ਜੀ, ਅਦਰ ਸੋਰਸਿਸ। ਮਤਲਬ ਕੋਈ ਵੀ ਪਰਸਨ ਹੈ ਉਹਨੂੰ ਮੇਨਲੀ ਆਹ 5 ਹੈਡਸ ਤੋਂ ਇਨਕਮ ਹੁੰਦੀ ਹੈ, ਇਸ ਤੋਂ ਬਾਹਰ ਇਨਕਮ ਨਹੀਂ ਹੁੰਦੀ। ਜਾਂ ਸੈਲਰੀ, ਜਾਂ ਕੋਈ ਘਰ ਪਿਆ ਹੋਊਗਾ ਉਹਨੂੰ ਕਿਰਾਏ ਤੇ ਦੇ ਦੋਗੇ, ਜਾਂ ਕੋਈ ਬਿਜ਼ਨਸ ਕਰ ਲਓਗੇ, ਜਾਂ ਕੋਈ ਪ੍ਰੋਫੈਸ਼ਨ ਡਾਕਟਰ, ਲਾਇਰ ਜਾਂ ਟੀਚਰ ਬਣ ਜਾਓਗੇ, ਜਾਂ ਤੁਹਾਡੇ ਕੋਲ ਕੋਈ ਲੌਂਗ ਟਰਮ ਦਾ ਐਸਟ ਪਿਆ ਉਹਨੂੰ ਵੇਚ ਕੇ ਪੈਸਾ ਕਮਾ ਲਓਗੇ, ਜਾਂ ਲਾਸਟ ਹੁੰਦਾ ਅਦਰ ਸੋਰਸਿਸ। ਜਿਹੜਾ ਇਹਨਾਂ ਚਾਰਾਂ 'ਚ ਨਹੀਂ ਆਉਂਦਾ ਉਹ ਇਹਦੇ ਵਿੱਚ ਆ ਜਾਓ। ਲਾਈਕ ਤੁਹਾਨੂੰ ਲੋਟਰੀ ਲੱਗ ਗਈ, ਤੁਸੀਂ ਗੈਂਬਲਿੰਗ ਦਾ ਕੰਮ ਸ਼ੁਰੂ ਕੀਤਾ, ਠੀਕ ਹੈ, ਤੁਸੀਂ ਬੈਟਿੰਗ ਵਗੈਰਾ ਲਗਾਉਂਦੇ ਹੋ, ਸੱਟੇ ਵਗੈਰਾ ਲਗਾਉਂਦੇ ਹੋ, ਉਹ ਸਾਰਾ ਕੰਮ ਕਿਹਦੇ ਵਿੱਚ ਆ ਜਾਂਦਾ ਜੀ, ਅਦਰ ਸੋਰਸਿਸ ਦੇ ਵਿੱਚ। ਠੀਕ ਹੈ ਜੀ, ਇਹ ਹੋ ਗਿਆ ਕਲੀਅਰ। ਉਸ ਤੋਂ ਬਾਅਦ ਬੱਚੇ ਥੋੜਾ ਜਿਹਾ ਤੁਹਾਨੂੰ ਮੈਂ ਇਹਦੇ ਬਾਰੇ ਇਹ ਦੱਸ ਦਿੰਦੀ ਹਾਂ ਵੀ ਜਿਹੜੀ ਇਨਕਮ ਫਰੋਮ ਸੈਲਰੀ ਹੈ, ਠੀਕ ਹੈ, ਇਹਨਾਂ ਸਭ ਦੇ ਆਪਾਂ ਨੇ ਸੈਕਸ਼ਨਸ ਯਾਦ ਕਰਨੇ ਆ। ਜਿਵੇਂ ਹੁਣ ਇਨਕਮ ਫਰੋਮ ਸੈਲਰੀ ਹੈ, ਇਹ ਆਉਂਦੀ ਹੈ ਸੈਕਸ਼ਨ 15 ਤੋਂ 17 ਦੇ ਵਿੱਚ। 15 ਤੋਂ 17 ਦਾ ਜਿਹੜਾ ਸੈਕਸ਼ਨ ਹੈ ਉਹ ਕਿਹਨੂੰ ਐਕਸਪਲੇਨ ਕਰਦਾ ਹੈ ਜੀ, ਸੈਲਰੀ ਨੂੰ ਕਰਦਾ ਹੈ। ਤੇ ਜਿਹੜਾ ਹਾਊਸ ਪ੍ਰੋਪਰਟੀ ਹੈ, ਹਾਊਸ ਪ੍ਰੋਪਰਟੀ ਦਾ ਸੈਕਸ਼ਨ ਨੰਬਰ ਹੈਗਾ ਜੀ 22 ਤੋਂ ਲੈ ਕੇ 27 ਤੱਕ। ਠੀਕ ਹੈ, ਐਂ ਜੀ ਇਹਦਾ, ਠੀਕ ਹੈ ਜੀ। ਹਾਂਜੀ, कैपिटल और गेन, बिजनेस और प्रोफेशन एंड अदर सोर्सिस, इन्हां दा भी कुछ सैक्शनस ने। कैपिटल गेन दा हैगा जी 45 तो 55 तक, ठीक है, ओहदा हैगा 48 तो 54 तक। हाँ जी, ठीक है जी, ਉਹਦਾ ਹੈਗਾ 15 ਤੋਂ 17 ਤੱਕ, ਉਹਦਾ ਹੈਗਾ 22 ਤੋਂ 27 ਤੱਕ, ਨੈਕਸਟ ਹੈਗਾ 28 ਤੋਂ ਲੈ ਕੇ 44 ਤੱਕ, ਅਗਲਾ ਹੈਗਾ 45 ਤੋਂ ਲੈ ਕੇ 55 ਤੱਕ। ਜਿਹੜਾ ਲਾਸਟ ਵਨ ਰਹਿ ਗਿਆ ਬਿਲਕੁਲ ਉਹ ਹੈਗਾ ਜੀ 56 ਤੋਂ 59 ਤੱਕ। ठीक है जी, मतलब ये सैक्शनस दे विच इन्हां दे रूल्स एंड रेगुलेशंस बारे एक्सप्लेन किया गया। अगर देखना चाहिए कि सैलरी दे जो भी रूल्स एंड रेगुलेशंस ने किहड़े सैक्शन दे अंडर एक्सप्लेन किए गए ने, 15 to 17। हाउस प्रॉपर्टी किहड़े सैक्शन दे अंडर, 22 तो 27, 28 तो 44 बिजनेस और प्रोफेशन, कैपिटल और गेन 45 तो 55 तक, लास्ट अदर सोर्सिस किन्ने तो किन्ने सैक्शन तक ने जी, 56 तो 59। आई थिंक ये सब नूं क्लीयर हो गया होगा कि अगर इन्हां बारे कोई इन्फॉर्मेशन चाहिए तो किहड़े-किहड़े सैक्शनस च मिलूगी। ਹੁਣ ਤੁਹਾਨੂੰ ਇੱਥੇ ਹੀ ਇਹ ਵੀ ਕਲੀਅਰ ਕਰਦੇ ਨੇ ਡਿਡਕਸ਼ਨਸ ਅੰਡਰ ਸੈਕਸ਼ਨ। डिडक्शंस का मतलब की हुंदा जी कि आपां नूं कुछ टैक्स माफ हो जाता है, डिडक्ट हो जाता है, टैक्स घट जाता है, उन्होंने बोलिया जाता है डिडक्ट करना, डिडक्शन मिलनी। तो हुण सैलरी दे विच भी सानूं कुछ डिडक्शंस मिलदियां ने, हाउस प्रॉपर्टी दे विच भी मिलदियां ने, बिजनेस और प्रोफैशन सब च मिलदियां ने। उन्हां दे भी मैं तुहानूं सैक्शनस इहदे नाल ही करवा देनी आ। ठीक है जी, जिवें जिहड़ा सैलरी है, सैलरी दे विच तुहानूं डिडक्शन मिलदी है अंडर सैक्शन 16 ते 80C दे, 16 ਤੇ 80C ਦੇ ਦੁਆਰਾ ਤੁਹਾਨੂੰ ਡਿਡਕਸ਼ਨ ਮਿਲਦੀ ਹੈ। ਠੀਕ ਹੈ ਜੀ, ਜਿਹੜਾ ਹਾਊਸ ਪ੍ਰੋਪਰਟੀ ਹੈ ਉਹਦੀ ਡਿਡਕਸ਼ਨ ਮਿਲਦੀ ਹੈ ਤੁਹਾਨੂੰ 24 ਦੇ ਅੰਡਰ। ਕਲੀਅਰ ਹੋਇਆ ਜੀ, ਜਿਹੜਾ ਸੈਲਰੀ ਹੈ ਉਹਦੇ ਵਿੱਚ ਮਿਲਦੀ ਹੈ 16 ਤੇ 80C ਦੇ ਵਿੱਚ, ਉਹਦੇ ਵਿੱਚ ਮਿਲਦੀ ਹੈ 40 ਦੇ ਵਿੱਚ। ਠੀਕ ਹੈ ਜੀ, ਜਿਹੜਾ ਆਪਣਾ ਹੈਗਾ ਬਿਜ਼ਨਸ ਔਰ ਪ੍ਰੋਫੈਸ਼ਨ, ਇਹਦੇ ਵਿੱਚ ਤੁਹਾਨੂੰ ਡਿਡਕਸ਼ਨ ਮਿਲਦੀ ਹੈ ਅੰਡਰ ਸੈਕਸ਼ਨ 30 ਤੋਂ 37। ਜਿਹੜਾ ਆਪਣਾ ਹੈਗਾ ਜੀ ਕੈਪੀਟਲ ਗੇਨ, ਇਹਦੇ ਵਿੱਚ ਮਿਲਦੀ ਹੈ ਤੁਹਾਨੂੰ 48। ਕਲੀਅਰ ਹੋਇਆ। ਜਿਹੜੀ ਸੈਲਰੀ ਦੇ ਵਿੱਚ ਅਗਰ ਤੁਹਾਨੂੰ ਕੁਝ ਪੈਸਾ ਮਾਫ ਹੋਊਗਾ ਤਾਂ ਉਹਦਾ ਰੂਲ ਕਿਹੜੇ ਸੈਕਸ਼ਨ ਦੇ ਅੰਡਰ ਲਿਖਿਆ ਹੋਊਗਾ, 1680C। ਜਿਹੜਾ ਆਪਣਾ ਹਾਊਸ ਪ੍ਰੋਪਰਟੀ ਹੈ ਉਹਦੀ ਡਿਡਕਸ਼ਨਸ ਮਤਲਬ ਤੁਹਾਨੂੰ ਕਿੰਨਾ ਟੈਕਸ ਘਟ ਸਕਦਾ ਉਹ ਕਿਹਦੇ ਵਿੱਚ ਮਿਲੂ, ਸੈਕਸ਼ਨ 24 ਦੇ ਵਿੱਚ, ਬਿਜ਼ਨਸ ਔਰ ਪ੍ਰੋਫੈਸ਼ਨ 30 ਤੋਂ 37 ਦੇ ਵਿੱਚ, ਤੇ ਆਪਣਾ ਕੈਪੀਟਲ ਗੇਨ ਹੈ ਜਿਹੜਾ 48 ਦੇ ਵਿੱਚ, ਤੇ ਲਾਸਟ ਰਹਿ ਗਿਆ ਅਦਰ ਸੋਰਸਿਸ ਉਹ ਹੈਗਾ ਜੀ 57 ਦੇ ਵਿੱਚ। ਕਲੀਅਰ ਹੋਇਆ ਇੱਥੇ ਤੱਕ? ਕੋਈ ਡਾਊਟ ਹੋ ਕਿਸੇ ਨੂੰ? ਨਹੀਂ, ਆ 5 ਕਲੀਅਰ ਹੋ ਗਏ। ਇੱਕ ਚੀਜ਼ ਬੱਚੇ ਹੋਰ ਦੱਸਣੀ ਹੈ, 6th ਪੁਆਇੰਟ, ਸੈਟ ਆਫ ਐਂਡ ਕੈਰੀ ਫਾਰਵਰਡ ਲੌਸਿਸ। ਮਤਲਬ ਆਪਾਂ ਨੂੰ ਇਨਕਮਸ ਹੋ ਗਈਆਂ, ਇਹਨਾਂ ਦੇ ਵਿੱਚੋਂ ਆਪਾਂ ਨੂੰ ਕੁਝ ਲਾਸ ਵੀ ਹੋਣਗੇ, ਸੈੱਟ ਵੀ ਕਰਨਾ ਹੋਊਗਾ ਲਾਸ ਨੂੰ, ਤਾਂ ਉਹ ਕਿਹੜੇ ਸੈਕਸ਼ਨ ਦੇ ਅੰਡਰ ਐਕਸਪਲੇਨ ਕੀਤਾ ਜਾਂਦਾ ਹੈ, ਸੈਕਸ਼ਨ 70 ਤੋਂ 79। ठीक है जी, मेनली आह 5 ने 6 ने ਤੁਹਾਨੂੰ ਸੈਕਸ਼ਨ ਪਲੱਸ ਡਿਡਕਸ਼ਨਸ ਯਾਦ ਹੋਣੀਆਂ ਚਾਹੀਦੀਆਂ ਨੇ। ਡਿਡਕਸ਼ਨ ਸਭ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕੀ ਨੇ ਕਿਵੇਂ ਨਹੀਂ ਹੈਗੀਆਂ। ਕਲੀਅਰ ਹੈ ਜੀ, ਮੇਨ ਸੈਕਸ਼ਨਸ ਯਾਦ ਹੋ ਗਏ। ਇਸ ਤੋਂ ਬਾਅਦ ਜਦੋਂ ਹੁਣ ਆਪਾਂ ਟੌਪਿਕ ਵਾਈਜ਼ ਕਰਾਂਗੇ ਤਾਂ ਟੌਪਿਕ ਵਾਈਜ਼ ਤੁਹਾਨੂੰ ਮੈਂ ਕੱਲਾ ਕੱਲਾ ਦੱਸੂਗੀ ਵੀ ਸੈਲਰੀ ਦੇ ਵਿੱਚ ਆਪਾਂ ਨੇ ਕੀ ਕੁਝ ਕਰਨਾ ਹੈ। ਠੀਕ ਹੈ, ਹਾਊਸ ਪ੍ਰੋਪਰਟੀ 'ਚ ਕੀ ਕਰਨਾ ਹੈ, ਬਿਜ਼ਨਸ ਔਰ ਪ੍ਰੋਫੈਸ਼ਨ ਐਂਡ ਆਲ। ਠੀਕ ਹੈ, ਪਹਿਲਾਂ ਆਈ ਥਿੰਕ ਇਹ ਸਭ ਨੂੰ ਕਲੀਅਰ ਹੋ ਗਿਆ।
ਜਿਹੜਾ ਇੱਕ ਪਰਸਨ ਹੈ ਉਹਨੂੰ ਮੇਨਲੀ 5 ਸੋਰਸਿਸ ਤੋਂ ਇਨਕਮ ਹੁੰਦੀ ਹੈ। ਤਾਂ 5 ਸੋਰਸਿਸ ਆਹ ਵਾਲੇ ਨੇ। ਕਲੀਅਰ ਹੈ ਜੀ। ਉਹਨਾਂ ਦੀ ਇਨਕਮ ਦੱਸਦੀ, ਕਿਹੜੇ ਸੈਕਸ਼ਨ ਦੇ ਅੰਡਰ ਉਹਨਾਂ ਦੇ ਰੂਲਸ ਨੇ, ਤੇ ਕਿਹੜੀ ਡਿਡਕਸ਼ਨ ਮਿਲਦੀ ਹੈ। ਡਿਡਕਸ਼ਨ ਮੀਨਸ ਕਿੰਨਾ ਟੈਕਸ ਤੁਹਾਨੂੰ ਮਾਫ ਹੋਊਗਾ, ਉਹ ਇਹ ਰੂਲਸ ਦੇ ਵਿੱਚ ਹੈ। ਕਲੀਅਰ। ਉਸ ਤੋਂ ਬਾਅਦ ਤੁਹਾਨੂੰ ਇੱਕ ਇਹ ਚੀਜ਼ ਦੱਸੀ ਸੀ, ਜਿਹੜਾ ਪਰਸਨ ਹੈ ਉਹਦੇ ਬਾਰੇ ਐਕਸਪਲੇਨ ਕੀਤਾ ਜਾਂਦਾ ਸੈਕਸ਼ਨ 231 ਦੇ ਵਿੱਚ, ਤੇ ਉਹਦੇ ਵਿੱਚ ਕਿਹੜੇ ਕਿਹੜੇ ਪਰਸਨਸ ਇਨਕਲੂਡ ਹੁੰਦੇ ਨੇ ਉਹ ਦੱਸ ਦੇਣਾ ਆਪਾਂ ਨੇ। ਠੀਕ ਹੈ ਜੀ। ਇੱਕ ਤੁਹਾਨੂੰ ਦੱਸਿਆ ਵੀ ਅਗਰ ਤੁਹਾਨੂੰ ਪੁੱਛਿਆ ਜਾਂਦਾ ਵੀ ਜਿਹੜਾ ਆਪਾਂ ਸੈਟ ਆਫ ਕਰਦੇ ਹਾਂ, ਕੈਰੀ ਫਾਰਵਰਡ ਕਰਦੇ ਹਾਂ ਲੌਸਿਸ ਨੂੰ, ਤੁਹਾਨੂੰ ਲੋਸ ਹੋ ਗਿਆ, ਉਹਨੂੰ ਜਾਂ ਤਾਂ ਅਗਲੇ ਸਾਲ ਦੇ ਪ੍ਰੋਫਿਟ 'ਚੋਂ ਸੈੱਟ ਕਰਨਾ ਹੈ ਜਾਂ ਉਹਨੂੰ ਅਗਲੇ ਸਾਲ ਆਪਾਂ ਨੇ ਐਡਜਸਟ ਕਰਨਾ ਹੈ, ਤਾਂ ਉਹਦਾ ਸੈਕਸ਼ਨ 70 ਤੋਂ 79 ਦੇ ਵਿੱਚ ਤੁਹਾਨੂੰ ਮਿਲ ਜੂਗਾ। ਕਲੀਅਰ ਹੈ ਜੀ। ਚਲੋ ਹੁਣ ਆਪਾਂ ਕਰਦੇ ਹਾਂ। ਇਹ ਆਪਾਂ ਨੇ ਕੀਤਾ ਬੱਚੇ ਪਰਸਨ ਤੇ ਇਨਕਮ ਆਫ ਅ ਪਰਸਨ, 2 ਪੁਆਇੰਟਸ ਹੋ ਗਏ ਸੀਗੇ ਆਪਣੇ, ਇਨਕਮ ਔਰ ਇਨਕਮ ਆਫ ਅ ਪਰਸਨ। ਕਲੀਅਰ ਹੈ ਜੀ। ਹੁਣ ਬੱਚੇ ਆਪਾਂ ਜਿਹੜਾ ਟੌਪਿਕ ਹੈ ਟੌਪਿਕ ਵਾਈਜ਼ ਚੱਲਦੇ ਹਾਂ। ਚਲੋ ਸਟਾਰਟ ਕਰਦੇ ਹਾਂ। ਹਾਂਜੀ, ਆਪਾਂ ਸਟਾਰਟ ਕਰਦੇ ਹਾਂ ਨਾਓ 3rd ਟੌਪਿਕ, ਰੈਜ਼ੀਡੈਂਸ਼ੀਅਲ ਸਟੇਟਸ। ਵਟ ਇਜ਼ ਰੈਜ਼ੀਡੈਂਸ਼ੀਅਲ ਸਟੇਟਸ। ਪਹਿਲਾਂ ਤਾਂ ਸਭ ਨੂੰ ਇਹ ਕਲੀਅਰ ਹੋਣਾ ਚਾਹੀਦਾ ਵੀ ਜਿਹੜਾ ਇਨਕਮ ਟੈਕਸ ਲੱਗਦਾ ਉਹ ਕਿਸੇ ਦਾ ਵੀ ਸਟੇਟਸ ਦੇਖ ਕੇ ਲੱਗਦਾ। ਠੀਕ ਹੈ ਜੀ। ਹਾਂਜੀ, ਆਪਾਂ ਅੱਜ ਇਨਕਮ ਟੈਕਸ ਬਾਰੇ ਪੜ੍ਹ ਰਹੇ ਹਾਂ। ਇਨਕਮ ਟੈਕਸ 'ਚ ਦੱਸਦਾ ਤੁਹਾਨੂੰ ਪਰਸਨਸ ਕੌਣ ਹੁੰਦੇ ਨੇ ਤੇ ਮੇਨ 5 ਸੋਰਸਿਸ ਇਨਕਮ ਦੇ। ਹੁਣ ਆਪਾਂ ਨੇ ਦੱਸਣਾ ਵੀ ਇਨਕਮ ਟੈਕਸ ਲੱਗਦਾ ਹੈ, ਇਨਕਮ ਟੈਕਸ ਕਿਹਨੂੰ ਦੇਖ ਕੇ ਲੱਗਦਾ ਬੱਚੇ। ਇਨਕਮ ਟੈਕਸ ਹੈ ਜਿਹੜਾ ਉਹ ਰੈਜ਼ੀਡੈਂਸ਼ੀਅਲ ਸਟੇਟਸ ਨੂੰ ਦੇਖ ਕੇ ਲੱਗਦਾ। ਠੀਕ ਹੈ ਜੀ। ਜਿਹੜਾ ਇਨਕਮ ਟੈਕਸ ਆ ਬੱਚੇ ਉਹ ਆਪਣਾ ਰੈਜ਼ੀਡੈਂਸ਼ੀਅਲ ਸਟੇਟਸ ਨੂੰ ਦੇਖ ਕੇ ਲੱਗਦਾ ਹੈ। ਰੈਜ਼ੀਡੈਂਸ਼ੀਅਲ ਸਟੇਟਸ ਮਤਲਬ ਹੁੰਦਾ ਹੈ ਕਿ ਦੇਖਿਆ ਜਾਂਦਾ ਕਿ ਪ੍ਰੀਵੀਅਸ ਈਅਰ ਦੇ ਵਿੱਚ ਤੁਸੀਂ ਇੰਡੀਆ ਦੇ ਵਿੱਚ ਕਿੰਨਾ ਟਾਈਮ ਰਹੇ ਹੋ। ਅਗਰ ਤੁਸੀਂ ਇੰਡੀਅਨ ਹੋਣ ਦੀਆਂ ਸਾਰੀਆਂ ਕੰਡੀਸ਼ਨਸ ਨੂੰ ਫੁੱਲਫਿਲ ਕਰਦੇ ਹੋ ਤਾਂ ਤੁਹਾਨੂੰ ਇੰਡੀਆ ਦੇ ਵਿੱਚ ਇਨਕਮ ਟੈਕਸ ਭਰਨਾ ਹੀ ਪਊਗਾ ਐਜ਼ ਪਰ ਇੰਡੀਅਨ ਰੂਲਸ। ਕਲੀਅਰ ਹੋਇਆ। ਜਦੋਂ ਵੀ ਕਿਸੇ ਦੇ ਉੱਪਰ ਇਨਕਮ ਟੈਕਸ ਲੱਗਦਾ ਤੁਹਾਨੂੰ ਕੁਐਸਚਨ ਆ ਸਕਦਾ ਵੀ ਜਿਹੜਾ ਇਨਕਮ ਟੈਕਸ ਹੈ ਉਹ ਸਿਟੀਜ਼ਨ ਬੇਸਿਸ ਤੇ ਲੱਗਦਾ। ਠੀਕ ਹੈ, ਤੁਹਾਡੇ ਬਰਥ ਪਲੇਸਿਸ ਤੇ ਲੱਗਦਾ ਜਾਂ ਕਿਸ ਅਕੋਰਡਿੰਗ ਲੱਗਦਾ। ਉਹਦੇ ਵਿੱਚ ਇੱਕ ਆਪਸ਼ਨ ਆਊਗੀ ਵੀ ਰੈਜ਼ੀਡੈਂਸ਼ੀਅਲ ਸਟੇਟਸ ਦੇ ਅਕੋਰਡਿੰਗ ਲੱਗਦਾ। ਤਾਂ ਤੁਸੀਂ ਆਨਸਰ ਕੀ ਟਿਕ ਕਰਨਾ ਵੀ ਜਿਹੜਾ ਇਨਕਮ ਟੈਕਸ ਹੈ ਉਹ ਬੇਸਿਸ ਔਨ ਰੈਜ਼ੀਡੈਂਸ਼ੀਅਲ ਸਟੇਟਸ ਦੇ ਉੱਪਰ ਲੱਗਦਾ ਕਿ ਬੰਦਾ ਪ੍ਰੀਵੀਅਸ ਈਅਰ ਦੇ ਵਿੱਚ ਕਿੱਥੇ ਰਿਹਾ ਸੀ, ਕਿੱਥੇ ਕਿ ਨਹੀਂ ਰਿਹਾ ਸੀ। ਠੀਕ ਹੈ ਜੀ। ਹੁਣ ਪਹਿਲੀ ਗੱਲ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿਹੜਾ ਰੈਜ਼ੀਡੈਂਸ਼ੀਅਲ ਸਟੇਟਸ ਹੈ ਬੱਚੇ, ਠੀਕ ਹੈ ਜੀ, ਰੈਜ਼ੀਡੈਂਸ਼ੀਅਲ ਸਟੇਟਸ ਦੇ ਵਿੱਚ ਆਪਾਂ ਕੀ ਚੀਜ਼ ਸਟੱਡੀ ਕਰਨੀ ਹੈ। ਮੇਨਲੀ 2 ਟਾਈਪ ਆਫ ਪਰਸਨਸ ਹੁੰਦੇ ਨੇ। 2 ਕੈਟੇਗਰੀਜ਼ ਦੇ ਵਿੱਚ ਪਰਸਨ ਨੂੰ ਡਿਵਾਈਡ ਕੀਤਾ ਗਿਆ, ਇੱਕ ਇੰਡੀਵਿਜੂਅਲ, ਇੱਕ HUF। ਕਲੀਅਰ ਹੈ ਜੀ। ਠੀਕ ਹੈ ਜੀ। ਸੈਕਿੰਡ ਕੈਟੇਗਰੀ ਬਣਦੀ ਹੈ ਬੱਚੇ ਜਿਵੇਂ ਫਰਮ, ਕੰਪਨੀ, AOP, BOI ਤੇ ਅਦਰ ਆਰਟੀਫਿਸ਼ੀਅਲ ਪਰਸਨ। ਇਹਨਾਂ ਦੇ ਵਿੱਚ ਕੀ ਹੈ ਬੱਚੇ, 2 ਤਰ੍ਹਾਂ ਦੇ ਜਿਹੜੀ ਪਰਸਨਸ ਨੇ, ਆਪਾਂ ਜਿੰਨੇ ਵੀ ਪਰਸਨ ਪੜ੍ਹੇ ਆ ਉਹਨੂੰ 2 ਕੈਟੇਗਰੀਜ਼ 'ਚ ਡਿਵਾਈਡ ਕਰਤਾ। ਇੰਡੀਵਿਜੂਅਲ HUF ਅਲੱਗ ਹੁੰਦੇ ਨੇ, ਫਰਮ ਤੇ ਕੰਪਨੀ ਅਲੱਗ ਹੁੰਦੇ ਨੇ। ਜਿਹੜਾ ਤਾਂ ਫਰਮ ਕੰਪਨੀ ਹੈ ਬੱਚੇ 2 ਤਰ੍ਹਾਂ ਦੀ ਹੋਊਗੀ, ਜਾਂ ਤਾਂ ਹੋਊਗੀ ਇਹ ਰੈਜ਼ੀਡੈਂਸ਼ੀਅਲ ਰੈਜ਼ੀਡੈਂਟ ਜਾਂ ਹੋਊਗੀ ਨॉन ਰੈਜ਼ੀਡੈਂਟ। मतलब या तो कहांगे आपां इंडियन कंपनी है या फॉरन की कंपनी है। कदे ये सुनिया कोई कंपनी नूं क्या होवे अद्धी उधरली अद्धी इधरली, नहीं, हमेशा की हुंदा कंपनी ऑलवेज या तो इंडिया की होगी या होगी बाहरली, वो अलग मैटर है भी उन्होंने कंट्रोल कौन कर रहा है, ठीक है। बट जिहड़ा कोई परसन है वो विच विचाले भी कुछ दिन उधर रह लिया, जिवें सपोज करो 6 महीने उधर रह लिया 6 महीने इधर रह लिया,
ਤਾਂ ਨਾ ਹੀ ਉਹ ਇੰਡੀਅਨ ਹੋਊਗਾ ਨਾ ਹੀ ਉਹ ਫੋਰਨਰ ਹੋਊਗਾ, ਤਾਂ ਉਹਦੀ ਡਿਪੈਂਡ ਕਰਦਾ, ਠੀਕ ਹੈ। ਤਾਂ ਇੰਡੀਵਿਜੂਅਲ ਪਰਸਨ ਬੱਚੇ ਕੀ ਹੁੰਦਾ, ਇੱਕ ਤਾਂ ਰੈਜ਼ੀਡੈਂਟ ਹੁੰਦਾ, ਇੱਕ ਨॉन ਰੈਜ਼ੀਡੈਂਟ ਹੁੰਦਾ। ਹੁਣ ਤੁਸੀਂ ਕਹੋਗੇ ਮੈਮ ਡਿਫਰੈਂਸ ਤਾਂ ਕੋਈ ਨਹੀਂ ਹੈਗਾ, ਉਧਰ ਵੀ ਇਹੀ ਸੀ, ਠੀਕ ਹੈ, ਹੈਗਾ ਜੀ ਇੱਕ ਛੋਟਾ ਜਿਹਾ ਡਿਫਰੈਂਸ। ਰੈਜ਼ੀਡੈਂਸ ਦੀਆਂ ਅੱਗੇ ਬੱਚੇ ਦੋ ਫਰਦਰ ਕੈਟੇਗਰੀਜ਼ ਨੇ, ਇੱਕ ਹੁੰਦਾ ਆਰਡੀਨਰੀ ਰੈਜ਼ੀਡੈਂਟ, ਠੀਕ ਹੈ ਜੀ, ਇੱਕ ਹੁੰਦਾ ਨॉट ਆਰਡੀਨਰੀ ਰੈਜ਼ੀਡੈਂਟ, ठीक है। ध्यान नाल समझो, गल कुछ भी नहीं हैगी, बिल्कुल सिंपल है, ध्यान नाल सुनो। जिहड़ा इंडिविजुअल या HUF है वो भी दो तरह का होंदा, रेजिडेंट ते नॉन रेजिडेंट। नॉन रेजिडेंट इक्को ही होंदा जिहड़ा की है प्रॉपरली बाहरला ही बंदा अपना इंडियन नहीं हैगा, उन्होंने की बोलिया जांदा नॉन रेजिडेंट। जिहड़ा रेजिडेंट है अगे दो तरह का होंदा फरदर, एक ऑर्डनरी रेजिडेंट, एक नॉट ऑर्डनरी रेजिडेंट। क्लीयर है जी। पर जिहड़ियां फर्म कंपनीज होंदियां ने बच्चे, ये एक ही होंदियां ने, या तो रेजिडेंट या नॉन रेजिडेंट। हुण इन्हां दे विच फर्क समझानी आ तुहानूं, ठीक है। ऑर्डनरी रेजिडेंट वो बंदा हुंदा बच्चे जिहड़ा इंडिया दे विच ही रह रहा है, इंडिया दे विच ही पैसे कमा रहा है, इंडिया दे विच ही सारा टैक्स भरूगा, ठीक है। ਉਹਨੂੰ ਕੀ ਬੋਲਿਆ ਜਾਂਦਾ ਹੈ, ऑर्डनरी रेजिडेंट। बाहर जाऊगा तो कुछ काम ਲਈ जाऊगा, काम करके अपना वापस आ जाऊगा, ज़्यादा टाइम नहीं रहूगा, ਉਹਨੂੰ ਬੋਲਿਆ ਜਾਂਦਾ ऑर्डनरी रेजिडेंट। नॉट ऑर्डनरी रेजिडेंट ਉਹ ਪਰਸਨਸ ਹੁੰਦੇ ਨੇ ਜਿਹੜੇ ਕੁਝ ਟਾਈਮ ਇੰਡੀਆ ਦੇ ਵਿੱਚ ਰਹਿੰਦੇ ਨੇ, ਕੁਝ ਟਾਈਮ ਫੋਰਨ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਕੋਈ ਫਿਕਸ ਪਲੇਸ ਆਫ ਰੈਜ਼ੀਡੈਂਸ ਨਹੀਂ ਹੁੰਦੀ, ਉਹਨੂੰ ਬੋਲਿਆ ਜਾਂਦਾ ਨॉट ऑर्डनरी रेजिडेंट। नॉन रेजिडेंट ਕਿਹੜਾ ਹੋ ਗਿਆ ਬੱਚੇ, ਜਿਹੜਾ ਪ੍ਰੋਪਰਲੀ ਫੋਰਨ ਦਾ ਹੀ ਬੰਦਾ, ਫੋਰਨ 'ਚ ਹੀ ਰਹਿ ਰਿਹਾ, ਫੋਰਨ 'ਚ ਹੀ ਪੈਸੇ ਕਮਾ ਰਿਹਾ ਤੇ ਫੋਰਨ 'ਚ ਹੀ ਟੈਕਸ ਭਰੂਗਾ, ਉਹਨੂੰ ਕੀ ਬੋਲਿਆ ਜਾਂਦਾ, ਨॉन रेजिडेंट। क्लीयर होया कि नहीं होया, दोबारा रिपीट कर देनी आ। रेजिडेंट जो ऑर्डनरी रेजिडेंट की हुंदा है, कई बार ऑर्डनरी भी आजू ते नाल रेजिडेंट भी आजू, सिंपल वो बंदा जेड़ा प्योरली इंडियन है, जेड़ा इंडियन नहीं हैगा वो नॉन रेजिडेंट। और नॉट ऑर्डनरी जेड़ा कुछ टाइम इंडिया च कुछ टाइम फॉरन च रहिंदा, दैट इज नॉट ऑर्डनरी। हुण तुहानूं दस दी भी पता किवें चलूगा, ठीक है जी। जेड़ा रेजिडेंशियल स्टेटस है बच्चे, ये 6 सैक्शन के अंडर एक्सप्लेन किया गया। ये क्वेश्चन आ सकता है भी जो रेजिडेंशियल स्टेटस है वो किहड़े सैक्शन के अंडर एक्सप्लेन किया गया, 6 दे, ठीक है जी। चलो 6 के अंडर भी दो कंडीशंस ने, एक हैगी 6(1) दी, एक हैगी 6(6) दी, ठीक है जी। 6(1) दी फर्स्ट कंडीशन की कहता है 182 डेज इन प्रीवियस ईयर। बच्चे शॉर्ट तां करवा रही हैं जेडे बच्चे ने बीकॉम की हुई है, उन्होंने बीकॉम च भी पढ़िया होया, जिन्होंने एमकॉम की हुई है उन्होंने बीकॉम एमकॉम दोनों क्लासिस च पढ़िया होया है। थोड़ा एक जस्ट रिवीजन की लोड़ है, जे मैं ज़्यादा डिटेल च प्रॉपर लिखन लगी तो टाइम बहुत खराब होगा, ठीक है। अंडरस्टैंड कर रहे हो ना। तो जो चीज़ इंपॉर्टेंट है, जिवें ये इंपॉर्टेंट है भी 182 डेज, तो थोड़ा वो चीज़ लिखवा रही हैं, ठीक है। फर्स्ट पॉइंट की है बच्चे 182 डेज इन प्रीवियस ईयर, मतलब इंडिया के विच पिछले साल अगर 182 दिन रहिंदा है तो आपां कुछ हद तक मान सकते हैं भी वो बंदा इंडियन है, ठीक है। और सेकंड 60 डेज इन प्रीवियस ईयर प्लस 365 डेज इन 4 सक्सीडिंग प्रीवियस ईयर, ठीक है जी। ध्यान नाल देखो, पिछले साल 182 दिन और मतलब की हुंदा या पिछले साल दे विच 60 दिन रहा होवे, पिछले साल तो जिहड़े पिछले 4 साल ने, पिछले साल तो पिछले 4 साल ने, उन्हां दे विच अगर 365 दिन रहा होवे, अगर तुसी इहदे विचों या इहदे विचों दोनों चों कोई भी एक कंडीशन पूरी कर रहे हो तो असीं मान सकते हैं कि तुसी इंडियन होने के काबिल हैगे हो, तुसी इंडियन हैगे हो। क्लीयर होया। हुण इधर आ जाओ, इधर भी फर्स्ट कंडीशन की सी बच्चे, सॉरी 2 ईयर्स आउट ऑफ 10 ईयर्स। अगर तुसी पिछले 10 सालों के विचों अगर 2 साल, कोई भी 2 साल, चाहे टुटमे रहे हो चाहे कॉन्टीन्यू रहे हो, कोई भी 2 साल अगर इंडिया के विच रहे हो तो उन्होंने आपां की मन्नांगे, इंडियन कह सकते हैं। एंड मतलब की हुंदा अते, भी दोनों कंडीशंस पूरियां करनियां जरूरी ने। सेकंड है जी 730 दिन इन 7 ईयर्स। अगर तुसी 707 सालों के पिछले साल के 730 दिन रहे हो तो वह बंदे नूं भी असीं की कह सकते हैं,
ਇੰਡੀਅਨ ਕਹਿ ਸਕਦੇ ਆ। ਹੁਣ ਤੁਸੀਂ ਦੇਖੋ ਇੱਥੇ ਦੇਖਦੇ ਆ ਤਿੰਨ ਤਰ੍ਹਾਂ ਦੇ ਪਰਸਨਸ ਨੇ, ਇੱਕ ਹੁੰਦਾ ਰੈਜ਼ੀਡੈਂਟ, ਇੱਕ ਹੁੰਦਾ NRI, ਇੱਕ ਹੁੰਦਾ NORI। ਠੀਕ ਹੈ, ਇਹਨੂੰ ਆਪਾਂ ਕਹਿ ਦਿੰਦੇ ਆ ਜੀ ਠੀਕ ਹੈ, ਇਹਨੂੰ ਆਪਾਂ ਕਹਿ ਦਿੰਦੇ ਆ ਜੀ RI ਰੈਜ਼ੀਡੈਂਟ ਆਫ ਇੰਡੀਆ, ਇਹਨੂੰ ਅਸੀਂ ਕਹਿ ਦਿੰਦੇ ਆ NORI, ਇਹਨੂੰ ਅਸੀਂ ਕਹਿ ਦਿੰਦੇ ਆ NRI। ਤਾਂ ਹੁਣ ਕਨਫਿਊਜ਼ ਨਾ ਹੋਇਆ, ਤੁਹਾਨੂੰ ਸ਼ਾਰਟ ਫਾਰਮਸ ਵੀ ਦੱਸਦੀ ਹਾਂ। ਹੁਣ ਇੱਧਰ ਆਪਾਂ ਲਿਖਦੇ ਹਾਂ ਕੰਡੀਸ਼ਨਸ। ਪਹਿਲੀ ਕੰਡੀਸ਼ਨ ਕਿਹੜੀ ਹੈ ਜੀ, ਸੈਕਸ਼ਨ 6(1) ਦੀ ਪਹਿਲੀ ਕੰਡੀਸ਼ਨ, ਫਿਰ ਮੈंने ਲਿਖਿਆ ਔਰ, ਫਿਰ दूसरी कंडीशन, फिर ਉਹਦੀ। ठीक है, 182 डेज चलो लिखी दिनी है थोड़ा जा मोटा मोटा, 60 + 365 डिटेल च नहीं लिखूंगी, हुण तुसीं खुद देख लियो। ठीक है जी, फिर मैंने लिखिया बच्चे सैक्शन 6 दी, ਉਹਦੇ ਵਿੱਚ फस्ट कंडीशन की है 2 सालों ਦੇ ਵਿੱਚੋਂ 10 साल ਰਿਹਾ ਹੋਵੇ। सैकेंड कंडीशन ਤੁਹਾਨੂੰ ਲਿਖਵਾਈ है 730 दिन है ना इन 7 ईयर्स, यही लिखवाया। ठीक है, हुण देखो पहला तो इंडियन कौन होगा, इंडियन कौन होगा ਜਿਹੜਾ ਇਹਨਾਂ ਦੋਨਾਂ ਚੋਂ और लिखिया ना, और ਦਾ मतलब की ਹੁੰਦਾ ਜਾਂ ਦੋਨਾਂ ਚੋਂ ਕੋਈ ਵੀ ਇੱਕ ਕੰਡੀਸ਼ਨ ਪੂਰੀ ਕਰ ਰਿਹਾ। ਸਪੋਜ਼ ਕਰੋ ਉਹਨੇ ਆਵਲੀ ਕੰਡੀਸ਼ਨ ਪੂਰੀ ਕਰਤੀ, ਆ ਨਹੀਂ ਕੀਤੀ। ਠੀਕ ਹੈ, ਆਵਲੀ ਵੀ ਕਰਤੀ, ਆਵਲੀ ਵੀ ਕਰਤੀ, ਤਾਂ ਉਹ ਬੰਦੇ ਨੂੰ ਅਸੀਂ ਕੀ ਕਵਾਂਗੇ, ਇੰਡੀਅਨ ਕਵਾਂਗੇ। ਵੀ ਉਹ ਬੰਦਾ ਪਿਓਰਲੀ ਕੀ ਹੈ, ਇੰਡੀਅਨ ਹੈ, ਜਿਹਨੇ ਇਹਨਾਂ ਦੋਨਾਂ ਚੋਂ ਇੱਕ ਪੂਰੀ ਕਰਤੀ। ठीक है, आह दोनों कंडीशनां पूरियां करतियां, टोटल 3 कंडीशनस पूरियां कर रहे हैं, वो बंदे नूं असीं की कह दांगे, इंडियन कह दांगे। NRI कौन होगा, जिहड़ा आ भी नहीं कर रहा, आ भी नहीं कर रहा, आ भी नहीं कर रहा, आ भी नहीं, कोई भी कंडीशन पूरी नहीं कर रहा, उहनूं असीं की कहांगे, बंदा बाहर लै बई, फॉरन दा बंदा है। ये बच्चे तुहानूं तां दस रही हाँ क्योंकि उत्थे तुहानूं पुछया जा सकता है कि अगर NR एक परसन है जिहड़ा 6(1) दी एक कंडीशन पूरी कर रहा, 6(6) दियां दोनों कंडीशनस पूरियां कर रहा है, तो आपां उहनूं की कहांगे, तां उहनूं की कहना है बच्चे, NRI। ठीक है, NORI कौन हुंदा है, जिहड़ा विच विचाले वाला होवे, ना इंडियन ना फॉरनर। ठीक है, ठीक है जी, वो कौन हुंदा है, सपोज करो उहने इन्हां चों कोई कंडीशन पूरी नहीं कीती। ठीक है, ਇਹਦੇ ਵਿੱਚ ਇੱਕ ਕੰਡੀਸ਼ਨ ਪੂਰੀ ਕਰਤੀ, ਸੈਕਿੰਡ ਕੰਡੀਸ਼ਨ ਫੇਰ ਨਹੀਂ ਪੂਰੀ ਕੀਤੀ, ਤਾਂ ਮਤਲਬ ਉਹਨੇ ਸਿਰਫ ਇੱਕ ਕੰਡੀਸ਼ਨ ਪੂਰੀ ਕੀਤੀ ਹੈ, ਤਾਂ ਉਹ ਬੰਦਾ ਕੀ ਹੋਊਗਾ, ਵਿੱਚ ਵਿਚਾਲੇ ਵਾਲਾ। ਵੀ ਨਾ ਤਾਂ ਉਹਨੇ ਇੰਡੀਅਨ ਦੀਆਂ ਕੰਡੀਸ਼ਨਾਂ ਪੂਰੀਆਂ ਕੀਤੀਆਂ ਨੇ, ਨਾ ਉਹਨੇ ਫੋਰਨਰ ਬਣ ਪਾਇਆ, ਉਹ ਵਿੱਚ ਵਿਚਾਲੇ ਵਾਲਾ, ਤਾਂ ਉਹਨੂੰ ਆਪਾਂ ਕੀ ਬੋਲਾਂਗੇ, NORI। मतलब ਤੁਹਾਨੂੰ क्वेश्चन की बन के आ सकता है, जो सारिया कंडीशनस फुलफिल करता और रेजिडेंट ऑफ इंडिया, जो कोई भी कंडीशन फुलफिल नहीं करता दैट इज NRI, जो कुछ कंडीशनस फुलफिल करता ते कुछ फुलफिल नहीं करता उन्होंने की बोलिया जाता है NORI। क्लीयर होया बच्चे, प्लीज़ आह जिहड़ियां ने बहुत ज़्यादा इंपॉर्टेंट ने, तो इनू ध्यान नाल कर लियो। तो सैकेंडली तुहानूं आ चीज़ां पता होनी चाहिए ने भी जिहड़ियां सारियां करदा उहनूं की कहंदे ने। ठीक है, तो तुहानूं ये भी पता होना चाहिए, भी पूछा जा सकता है जिहड़ा फर्म है, कंपनी है, ये 3 तरह के होंदे ने या 2 तरह का होंदा या 1 तरह का, तो किन्ने तरह का होंदा, 2 तरह का। बट जिहड़ा इंडिविजुअल परसन ते HUF है, ये किन्ने तरह का होंदा, 3 तरह का। ठीक है जी, हुण तुहानूं दसदा जिहड़ा इंडिविजुअल परसन है वह बाहर भी रह सकता है, इंडिया च भी आ सकता है, कुछ टाइम इधर रह सकता है, कुछ टाइम, तां करके 3 तरह का है। HUF का डिपेंड करता हुंदा बच्चे हैड के उपर, जिन्हों असी करता भी कहने आ, जिन्हों असी मैनेजर भी कहने आ। ठीक है, भी यह डिपेंड करता हुंदा जिहड़ा HUF की फैमिली है, हिंदू अनडिवाइडेड फैमिली है, हिंदू अनडिवाइडेड फैमिली का जिहड़ा हैड है उन्होंने हैड नूं मैनेजर भी कहा जाता है, करता भी कहा जाता है। पहली गल, जिहड़ा हैड है वो जिथे रहूगा ਜਾਂ हैड है वो ਜਿਹੜੀਆਂ कंडीशनस फुलफिल करूगा, तो आप HUF ਨੂੰ ਉਹੀ ਮੰਨ ਕੇ ਚੱਲਾਂਗੇ। ਇਹਦੇ ਵਿੱਚ ਕੀ ਹੁੰਦਾ ਬੱਚੇ, कंट्रोल एंड मैनेजमेंट। ठीक है, कंट्रोल एंड मैनेजमेंट ते डिपेंड नहीं करता, डिपेंड किते करता रजिस्ट्रेशन ते। जे तुहाने अपनी कंपनी नूं बाहर रजिस्टर्ड करवाया होया तो फॉरन की कंपनी है, जे तुहाने अपनी कंपनी नूं इंडिया दे विच रजिस्टर्ड करवाया होया तो इंडियन कंपनी है। ठीक है जी, समझ आया, दैट्स वाई 2 तरह की और 3 तरह की कंडीशनस किहड़ियां ने, मेनली 4 ने, पर 4 दे विचों आह 3 पूरियां करनियां जरूरी ने, 3 नहीं करता NRI। क्लीयर है जी, चलो नैक्सट कर लिए बच्चे जल्दी जल्दी। ठीक है, अज की क्लास आई थिंक थोड़ा इन्ना समझ आ गया होगा। ये वीडियो पाने का मकसद ये है कि थोड़ा इनकम टैक्स की वीडियो चाहिए है तो प्लीज़ सानू वध तो वध मैसेज करके जरूर दस्सियो। ये ओनली PSPCL रेवन्यू अकाउंटेंट के स्टूडेंट्स लिए ही बेनीफिशियल नहीं हैगी, जो बच्चे BCom या MCom कर रहे हैं उन्होंने भी टैक्स आऊगा। ठीक है जी, उन्होंने हुण टैक्स हैगा इस समैसटर दे विच, पंजाबी यूनीवर्सिटी पटियाला दे विच भी हैगा, होर यूनीवर्सिटीज़ दे विच भी हैगा, तो उन्होंने बच्चों लिए भी ये बहुत ज़्यादा बेनीफिशियल है फॉर न्यूमेरिकल परपज़ और
ਥਿਊਰੀ ਪਰਪਸ। ਠੀਕ ਹੈ ਬੱਚੇ, ਤਾਂ ਅੱਜ ਦੀ ਕਲਾਸ ਲਈ ਇੰਨਾ ਕਿ ਨੈਕਸਟ ਕਲਾਸ ਤੁਹਾਨੂੰ ਜਲਦੀ ਹੀ ਮਿਲ ਜੂਗੀ। ਤਾਂ ਅੱਜ ਦੀ ਕਲਾਸ ਦਾ ਪਲੀਜ਼ ਰਿਸਪੌਂਸ ਜ਼ਰੂਰ ਦੱਸਿਓ। ਥੈਂਕ ਯੂ ਸੋ ਮਚ।